ਸ਼ਬਦ ਸੁਰਤ ਦੀ ਵਿਚਾਰ ਚੱਲ ਰਹੀ ਸੀ, ਪਰ ਉਸ ਤੋਂ ਪਹਿਲਾਂ ਇਹ ਦਿਮਾਗ ਵਾਲਿਆਂ ਦਾ ਖਿਆਲ ਵੀ ਸਮਝਣਾ ਚਾਹੀਦਾ ਹੈ। ਇਹ ਲਿਖਦੇ ਹਨ, ਜੋ ਲੋਕ ਦਿਲ ਕੇ ਅੱਛੇ होते हैं उनका दिमाग वाले जमकर फायदा उठाते हैं। ਜਿਹੜੇ ਲੋਕ ਅੱਛੇ ਹੁੰਦੇ ਹਨ, ਸਾਫ਼ ਹੁੰਦੇ ਹਨ, ਦਿਲ ਦੇ ਪਾਕ ਹੁੰਦੇ ਹਨ, ਖਾਲਸ ਹੁੰਦੇ ਹਨ, ਉਹਨਾਂ ਦਾ ਫਾਇਦਾ ਦਿਮਾਗ ਵਾਲੇ ਕਿਵੇਂ ਉਠਾਉਣਗੇ? ਕਿਉਂਕਿ ਦਿਮਾਗ ਵਾਲਿਆਂ ਦੀ ਇਹ ਗੱਲ ਵੀ ਉਹਨਾਂ ਨੂੰ ਸਮਝ ਵਿੱਚ ਥੋੜ੍ਹੀ ਆਉਂਦੀ ਹੈ। ਫਾਇਦੇ ਦੀ ਗੱਲ ਵੀ ਦਿਮਾਗ ਵਾਲੇ ਦੇ ਸਮਝ ਵਿੱਚ ਆਉਂਦੀ ਹੈ, ਪ੍ਰੇਮੀ ਦੇ, ਭਗਤ ਦੇ, ਸ਼ਰਧਾਲੂ ਦੇ ਸਮਝ ਵਿੱਚ ਥੋੜ੍ਹੀ ਆਉਂਦੀ ਹੈ। ਪ੍ਰੇਮੀ ਤੇ ਪਾਗਲ ਹੁੰਦਾ ਹੈ, ਮਸਤ ਹੁੰਦਾ ਹੈ। ਉਹ ਫਾਇਦਾ ਹੀ ਸਮਝਦੇ ਹੋਣ ਤੇ ਫਿਰ ਸੰਸਾਰ ਦੇ ਵਿੱਚ ਜਿਵੇਂ ਦਿਮਾਗ ਵਾਲੇ ਤਰੱਕੀਆਂ ਕਰਦੇ ਹਨ, ਦਿਮਾਗ ਵਾਲੇ ਤਾਂ ਸੋਚਦੇ ਹਨ ਸੰਸਾਰ ਦੇ ਵਿੱਚ ਕਾਮਯਾਬ ਹੋਣਾ, ਸੰਸਾਰ ਦੇ ਵਿੱਚ ਫਾਇਦਾ ਹੈ। ਪਰ ਉਹਨਾਂ ਨੂੰ ਕੋਈ ਫਾਇਦਾ ਲੱਗਦਾ ਹੀ ਨਹੀਂ। ਤੇ ਜਿਹੜੀ ਗੱਲ ਤੁਹਾਨੂੰ ਫਾਇਦੇ ਦੀ ਲੱਗਦੀ ਹੈ ਨਾ, ਉਹ ਛੱਡ ਦਿੰਦੇ ਹਨ। ਤੁਹਾਨੂੰ ਲੱਗਦਾ ਹੈ ਸੰਸਾਰ ਦੇ ਵਿੱਚ ਵੱਧ ਤੋਂ ਵੱਧ ਕਾਮਯਾਬ ਹੋਣਾ। ਇਹੋ ਹੀ ਆਦਮੀ ਸੋਚਦਾ ਹੈ ਨਾ, ਸੰਸਾਰ ਦੇ ਵਿੱਚ ਫਾਇਦਾ ਹੋਣਾ ਚਾਹੀਦਾ ਹੈ, ਕਾਰੋਬਾਰ ਦੇ ਵਿੱਚ ਫਾਇਦਾ ਹੋਣਾ ਚਾਹੀਦਾ ਹੈ, ਘਰ ਪਰਿਵਾਰ ਦੇ ਵਿੱਚ ਫਾਇਦਾ ਹੋਣਾ ਚਾਹੀਦਾ। ਫਾਇਦੇ ਦੀ ਸੋਚ ਵੀ ਦਿਮਾਗ ਵਾਲੇ ਦੀ ਹੈ। ਸਮਝਦਾਰ ਹੀ ਐਸੀ ਸਮਝਦਾਰੀ ਦੀ ਗੱਲ ਸੋਚਦਾ ਹੈ। ਨਹੀਂ, ਉਹ ਜਾਣਦੇ ਹਨ ਇੱਥੇ ਕੋਈ ਫਾਇਦਾ ਹੈ ਹੀ ਨਹੀਂ। ਜਿਹੜੇ ਕੰਮ ਦਾ ਕੋਈ ਫਾਇਦਾ ਹੀ ਨਹੀਂ ਹੈ, ਉਸ ਕੰਮ ਨੂੰ ਕਰਕੇ ਵੀ ਕੀ ਕਰਨਾ? ਉਹਨਾਂ ਕੰਮਾਂ ਨੂੰ ਕਿਹਾ ਹੈ ਨਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ। ਤੇ ਫਾਇਦਾ ਹੀ ਨਹੀਂ ਹੈ ਜਿਹੜੇ ਕੰਮਾਂ ਦਾ, ਜਿਹੜੀਆਂ ਚੀਜ਼ਾਂ ਦਾ, ਉਹ ਪਹਿਲਾਂ ਹੀ ਛੱਡ ਦਿੰਦੇ ਹਨ। ਤੋ ਜੋ ਨਹੀਂ ਛੁੱਟਣ ਯੋਗ ਹੈ, ਉਹ ਉਹਨਾਂ ਦਾ ਆਪਣਾ ਹੈ। ਉਹਨੂੰ ਤੁਸੀਂ ਛਡਾ ਨਹੀਂ ਸਕਦੇ, ਖੋ ਨਹੀਂ ਸਕਦੇ ਹੋ, ਲੁੱਟ ਨਹੀਂ ਸਕਦੇ ਹੋ। ਨਾ ਹੋ ਮਰੇ ਨ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਹੀ। ਉਹ ਨਾ ਮਰਦੇ ਹਨ, ਨਾ ਠੱਗੇ ਜਾਂਦੇ ਹਨ। ਮਰਦਾ ਕੌਣ ਹੈ? ਜਿਵੇਂ ਆਹ ਥੱਲੇ ਕਿਸੇ ਨੇ ਵੀਡੀਓ ਪਾਈ ਹੋਈ ਹੈ ਨਾ, ਕਿਸੇ ਮੁਸਲਮਾਨ ਪ੍ਰਚਾਰਕ ਦੀ। ਉਹ ਕਹਿ ਰਿਹਾ ਹੈ, ਅੱਲਾਹ ਤਾਲਾ ਤੂੰ ਜੋ ਵੀ ਮੰਗੋ ਉਹ ਮਿਲ ਜਾਂਦਾ ਹੈ। ਗੱਲ ਬਿਲਕੁਲ ਠੀਕ ਹੈ।
ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਉਹ ਦਿੰਦਾ, ਜੋ ਮੰਗੋ ਉਹ ਮਿਲ ਹੀ ਜਾਂਦਾ। ਪਰ ਸਮੱਸਿਆ ਇਹ ਵੀ ਗਲਤ ਵੀ ਮੰਗੋ ਤਾਂ ਵੀ ਮਿਲ ਜਾਂਦਾ ਹੈ। ਤੇ ਦਿਮਾਗ ਵਾਲੇ ਸਮਝਦਾਰ ਸਦਾ ਗਲਤ ਹੀ ਮੰਗਦੇ ਹਨ। ਝੂਠਾ ਮੰਗਨ ਜੇ ਕੋਈ ਮੰਗੇ, ਤਿਸ ਕੋ ਮਰਤੇ ਕਰੀ ਨਾ ਲਾਗੇ। ਮਰਿਆ ਹੀ ਸਮਝੋ, ਕਿਉਂਕਿ ਜਿਹਨੂੰ ਮੰਗ ਰਿਹਾ ਹੈ ਉਹੀ ਉਹ ਮਰ ਰਿਹਾ ਹੈ। ਤੁਸੀਂ ਜਿਹੜੀਆਂ ਚੀਜ਼ਾਂ ਨੂੰ ਮੰਗਦੇ ਹੋ ਉਹ ਤਾਂ ਮਰ ਰਹੀਆਂ ਹਨ ਹਰ ਵਕਤ। ਵਿਗਿਆਨਕਾਂ ਨੂੰ ਪੁੱਛ ਕੇ ਦੇਖ ਲਓ, ਉਹ ਵੀ ਕਹਿੰਦੇ ਹਨ ਵੀ ਹਰ ਵਕਤ ਹਰ ਚੀਜ਼ ਹੀ ਮਰ ਰਹੀ ਹੈ। ਜੋ ਕੁਛ ਵੀ ਦਿਖ ਰਿਹਾ ਹੈ ਸਭ ਕੁਛ ਨਾਸ਼ ਹੋ ਰਿਹਾ ਹੈ। ਸਰੀਰ ਤੇ ਮਰ ਹੀ ਰਿਹਾ ਹੈ। ਜਿਹੜੇ ਮਕਾਨ ਹਨ ਇਹ ਵੀ ਵੇਖ ਲਓ, ਕਦੇ ਤੇ ਖੰਡਰ ਹੋ ਜਾਂਦੇ ਹਨ, ਡਿੱਗਣ ਲੱਗ ਜਾਂਦੇ ਹਨ। ਜੋ ਕੁਛ ਮਰ ਰਿਹਾ ਹੈ। ਮਿਰਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ। ਇਹ ਬਾਲੂ ਦਾ ਘਰ ਹੈ, ਰੇਤੇ ਦੇ ਘਰ ਹਨ, ਇਹ ਸਭ ਢਹਿ ਜਾਣੇ। ਤੇ ਜੋ ਮਰ ਹੀ ਰਿਹਾ ਹੈ ਉਹਨੂੰ ਮੰਗਣਾ, ਤੇ ਉਹਨੂੰ ਮੰਗਣ ਵਾਲੇ ਸਮਝਦਾਰ ਹਨ। ਤੇ ਜਿਹੜੇ ਉਹਨੂੰ ਛੱਡ ਦਿੰਦੇ ਹਨ, ਜਿਹੜਾ ਮਰ ਹੀ ਰਿਹਾ ਹੈ, ਤੇ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਬੇਸਮਝ ਕਹਿੰਦੇ ਹਨ। ਤੇ ਬੇਸਮਝ ਜਿਹੜੇ ਹਨ ਉਹ ਲਾਹੇ ਦਾ ਸੌਦਾ ਕਰ ਜਾਂਦੇ ਹਨ। ਅਕਸਰ ਜ਼ਿਆਦਾਤਰ ਸਮਝਦਾਰ ਹੀ ਆਪਣੀ ਸਮਝਦਾਰੀ ਦਾ ਕਰਕੇ ਹੀ ਬੜੀ ਬੁਰੀ ਤਰ੍ਹਾਂ ਉਲਝਦੇ ਹਨ। ਸਮਝਦਾਰੀ ਦਾ ਕਰਕੇ ਦੁੱਖ ਪਾਉਂਦੇ, ਕਿਉਂਕਿ ਸਮਝਦਾਰ ਤੇ ਕਦੇ ਨਹੀਂ ਸੋਚ ਸਕਦਾ ਹੈ ਵੀ ਮੈਂ ਜਿਨ੍ਹਾਂ ਦੇ ਨਾਲ ਜੁੜਿਆ ਹੋਇਆ ਹਾਂ, ਜਿਨ੍ਹਾਂ ਨੂੰ ਮੰਗ ਰਿਹਾ, ਇਹ ਵਿਅਰਥ ਹੈ, ਅਸੱਤ ਹੈ, ਝੂਠ ਹੈ। ਹੁਣ ਜਦੋਂ ਮੈਂ ਇੱਦਾਂ ਕਹਿੰਦਾ ਹਾਂ ਤੇ ਆ ਥੱਲੇ ਜਿਵੇਂ ਇੱਕ ਮੈਂਬਰ ਨੇ ਆਡੀਓ ਕਲਿੱਪ ਪਾਈ ਹੋਈ ਹੈ, ਬੈਂਕ ਅਕਾਊਂਟ ਬਾਰੇ ਦੱਸਿਆ ਹੈ। ਕੁਛ ਦਿਨ ਪਹਿਲਾਂ ਮੈਨੂੰ ਇੱਕ ਨੌਜਵਾਨ ਨੇ ਕਿਹਾ ਸੀ ਵੀ ਤੁਸੀਂ ਆਪਣਾ ਬੈਂਕ ਅਕਾਊਂਟ ਦੱਸੋ, ਕਿਸੇ ਨੇ ਪੁੱਛਿਆ ਹੈ। ਮੈਂ ਕਿਹਾ ਠੀਕ ਹੈ, ਮੈਨੂੰ ਖਿਆਲ ਭੁੱਲ ਗਿਆ। ਫਿਰ ਤੀਏ ਚੌਥੇ ਦਿਨ ਉਹਨੇ ਫਿਰ ਪੁੱਛਿਆ ਵੀ ਉਹ ਪੁੱਛ ਰਹੇ ਹਨ ਬੈਂਕ ਅਕਾਊਂਟ। ਮੈਨੂੰ ਖਿਆਲ ਆਇਆ ਫਿਰ ਵੀ ਪਿੱਛੇ ਜਿਹੇ ਜਦੋਂ TV 'ਤੇ ਪ੍ਰੋਗਰਾਮ ਚੱਲਦਾ ਹੁੰਦਾ ਸੀ, ਉਦੋਂ ਕੁਛ ਪ੍ਰੇਮੀਆਂ ਨੇ ਸੁਸਾਇਟੀ ਵੀ ਬਣਾਈ ਹੋਈ ਸੀ, ਬੈਂਕ ਦੇ ਵਿੱਚ ਅਕਾਊਂਟ ਵੀ ਖੋਲ੍ਹਿਆ ਸੀ ਵੀ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਵੀ ਉਹ ਅਕਾਊਂਟ ਨੰਬਰ ਦੇ ਦੇਣਗੇ। ਮੈਂ ਉਹਨਾਂ ਨੂੰ ਟੈਲੀਫੋਨ ਕਰਕੇ ਕਿਹਾ ਵੀ ਤੁਸੀਂ ਲਿਖ ਕੇ ਮੇਰੇ ਵੱਲੋਂ ਲਿਖ ਦਿਓ ਅਤੇ ਪਾ ਦਿਓ। ਪਰ ਉਹ ਵੀ ਪਾਉਣ ਤੋਂ ਬਹੁਤ ਝਿਜਕੇ। ਉਹਨਾਂ ਨੇ ਲਿਖ ਕੇ ਵੀ ਪਾਇਆ, ਥੱਲੇ ਬੋਲ ਕੇ ਵੀ ਦੱਸਿਆ। ਉਹਨਾਂ ਦਾ ਖਿਆਲ ਹੈ ਵੀ ਲੋਕ ਕੀ ਸਮਝਣਗੇ, ਵੀ ਸਾਡੇ ਬਾਬੇ 'ਤੇ ਗੱਲ ਕਰਦੇ ਸੰਸਾਰ ਅਸੱਤ ਹੈ, ਝੂਠ ਹੈ, ਵਿਅਰਥ ਹੈ, ਕੂੜ ਹੈ, ਇਹਨੂੰ ਛੱਡਣਾ ਹੈ। ਪਰ ਲੋਕ ਕੀ ਕਹਿਣਗੇ, ਕੀ ਸੋਚਣਗੇ? ਉਹਨੇ ਬੋਲ ਕੇ ਵੀ ਥੱਲੇ ਦੱਸਿਆ ਹੋਇਆ।
ਪਰ ਅਸੀਂ ਹੈਂਡਲ ਕਰਦੇ ਹੁੰਦੇ ਹਾਂ। ਅਕਾਊਂਟ 'ਚ ਮੈਨੂੰ ਉਮੀਦ ਨਹੀਂ ਕੁਛ ਬਹੁਤਾ ਕੁਛ ਆਉਂਦਾ ਹੋਵੇ, ਪਰ ਫਿਰ ਵੀ ਉਹ ਮਾੜਾ ਮੋਟਾ ਹੈਂਡਲ ਕਰੀ ਜਾਂਦੇ ਹਨ ਆਪਣੇ ਵੱਲੋਂ। ਪਰ ਐਸਾ ਉਹਨਾਂ ਦਾ ਖਿਆਲ ਨਹੀਂ ਹੈ, ਬਹੁਤਿਆਂ ਦਾ ਖਿਆਲ ਹੈ। ਕਿਉਂਕਿ ਗੌਤਮ ਬੁੱਧ ਦਾ ਮਾਰਗ ਸਮਝ ਵਿੱਚ ਆਉਂਦਾ ਹੈ ਤਿਆਗ ਦਾ। ਉਹ ਘਰ ਛੱਡ ਕੇ, ਪਰਿਵਾਰ ਛੱਡ ਕੇ ਜੰਗਲਾਂ ਚਲੇ ਗਏ ਹਨ। ਅਤੇ ਸਾਫ਼ ਹੈ ਉਹਨਾਂ ਦੀ ਗੱਲ ਵੀ ਸੰਸਾਰ ਝੂਠ ਹੈ, ਅਸੱਤ ਹੈ, ਦੁਖਦਾਈ ਹੈ। ਉਹ ਕਹਿੰਦੇ ਹੁੰਦੇ ਸੀ ਦੁੱਖ ਰੂਪ ਹੈ, ਇਹਨੂੰ ਛੱਡੋ। ਅਤੇ ਬਹੁਤਿਆਂ ਨੇ ਉਹਨਾਂ ਦੇ ਪਿੱਛੇ ਸੰਸਾਰ ਛੱਡਿਆ ਵੀ ਹੈ। ਅਤੇ ਬਹੁਤ ਸੰਨਿਆਸੀ ਹੋਏ ਉਹਨਾਂ ਦੇ ਪਿੱਛੇ। ਉਹ ਗੱਲ ਸਾਫ਼ ਹੈ, ਉਹਨਾਂ ਦਾ ਮਾਰਗ ਬਿਲਕੁਲ ਸਾਫ਼ ਹੈ ਵੀ ਤਿਆਗਤਾ ਹੈ। ਪਰ ਸਮਰਾਟ ਜਨਕ ਨੂੰ ਕਿਵੇਂ ਸਮਝੋਗੇ? ਉਹ ਤਾਂ ਰਾਜ ਮਹਿਲ ਦੇ ਵਿੱਚ ਰਹਿ ਰਿਹਾ, ਸੁੱਖ ਸੁਵਿਧਾ ਦੇ ਵਿੱਚ ਰਹਿ ਰਿਹਾ। ਉਹ ਤਾਂ ਦੇਖਣ ਵਾਲੇ ਨੂੰ ਭੋਗੀ ਲੱਗਦਾ। ਜਿਵੇਂ ਕਹਿੰਦੇ ਇੱਕ ਗੁਰੂ ਨੇ ਆਪਣੇ ਸ਼ਿਸ਼ ਨੂੰ ਉਪਦੇਸ਼ ਦੇਣ ਵਾਸਤੇ ਰਾਜੇ ਜਨਕ ਕੋਲ ਭੇਜਿਆ ਵੀ ਜਾ, ਉਹ ਬ੍ਰਹਮ ਗਿਆਨੀ ਹਨ, ਉਹਨਾਂ ਕੋਲ ਜਾ ਕੇ ਉਪਦੇਸ਼ ਲੈ। ਗੁਰੂ ਦਾ ਉਪਦੇਸ਼ ਗੱਲ ਮੰਨ ਕੇ ਉਹ ਚਲੇ ਗਿਆ। ਜਦੋਂ ਰਾਜ ਦਰਬਾਰ ਦੇ ਵਿੱਚ ਪਹੁੰਚਿਆ ਸ਼ਾਮ ਨੂੰ, ਤਾਂ ਉੱਥੇ ਮਹਿਫਲ ਸਜੀ ਹੋਈ ਸੀ। ਗੀਤ ਸੰਗੀਤ ਹੋ ਰਿਹਾ ਸੀ, ਨਾਚ ਗਾਣਾ ਹੋ ਰਿਹਾ ਸੀ, ਅਤੇ ਸਮਰਾਟ ਵੀ ਵਿੱਚ ਬੈਠਾ ਹੋਇਆ। ਉਹ ਤਾਂ ਵੇਖ ਕੇ ਹੈਰਾਨ ਹੋ ਗਏ ਵੀ ਇਹ ਬ੍ਰਹਮ ਗਿਆਨੀ, ਇਹ ਤਾਂ ਭੋਗੀ ਹੈ। ਬ੍ਰਹਮ ਗਿਆਨੀ ਤੇ ਤਿਆਗੀ ਹੁੰਦਾ ਹੈ, ਇਹ ਕਿਵੇਂ ਹੋ ਗਿਆ? ਪਰ ਫਿਰ ਵੀ ਗੁਰੂ ਨੇ ਕਿਹਾ ਤੇ ਮਿਲਣਾ ਜ਼ਰੂਰੀ ਹੈ। ਸਮਰਾਟ ਨੇ ਵੀ ਦੇਖ ਲਿਆ ਵੀ ਮਹਾਤਮਾ ਦੁਬਿਧਾ ਦੇ ਵਿੱਚ ਹੈ। ਸਮਰਾਟ ਨੇ ਜਾ ਕੇ ਮਹਾਤਮਾ ਦੇ ਨਮਸਕਾਰ ਕੀਤੀ ਚਰਨਾਂ। ਉਹਨੇ ਵੀ ਦੇਖਿਆ ਵੀ ਬੁੱਧੂ ਹੀ ਲੱਗਦਾ ਹੈ, ਵੀ ਮੈਨੂੰ ਉਪਦੇਸ਼ ਦੇਣਾ ਪਊਗਾ ਇਹਨੂੰ, ਇਹਦੇ ਕੋਲ ਉਪਦੇਸ਼ ਕੀ ਲੈਣਾ ਹੈ। ਪਰ ਸਮਰਾਟ ਨੇ ਕਿਹਾ ਵੀ ਇੱਕ ਰਾਜ ਦਰਬਾਰ ਦੀ ਇੱਕ ਰੀਤ ਹੈ, ਪਹਿਲਾਂ ਤੁਸੀਂ ਉਹ ਰੀਤ ਨਿਭਾਓ, ਫਿਰ ਆਪਾਂ ਗੱਲ ਕਰਾਂਗੇ। ਅਤੇ ਉਹਦੇ ਹੱਥ ਦੇ ਉੱਪਰ ਦੋਵਾਂ ਦੇ ਇੱਕ ਥਾਲ ਰੱਖਤਾ, ਉਹਦੇ ਵਿੱਚ ਤੇਲ ਭਰ ਦਿੱਤਾ ਪੂਰਾ ਉੱਪਰ ਤੱਕ, ਕੰਢਿਆਂ ਤੱਕ। ਅਤੇ ਪਿੱਛੇ ਇੱਕ ਤਲਵਾਰ ਵਾਲੇ ਨੂੰ ਹਦਾਇਤ ਕੀਤੀ ਵੀ ਜਦੋਂ ਵੀ ਤੇਲ ਡੁੱਲੇ ਇਹਦਾ ਥੋੜ੍ਹਾ ਜਿਹਾ ਵੀ, ਉਦੋਂ ਇਹਦਾ ਸਿਰ ਕਲਮ ਕਰ ਦੇਣਾ। ਉਹ ਸਾਧੂ ਨੂੰ ਕਿਹਾ ਵੀ ਆ ਰਾਜ ਮਹਿਲ ਦੇ ਸਾਰੇ ਪਾਸੇ ਤੂੰ ਗੇੜਾ ਮਾਰ ਕੇ ਵਾਪਸ ਮੇਰੇ ਕੋਲ ਆਉਣਾ। ਉਹ ਤੁਰ ਪਿਆ। ਉਹ ਵੀ ਹੈਰਾਨ ਹੋ ਗਿਆ ਵੀ ਰਾਜਿਆਂ ਦੀ ਵੀ ਕਮਾਲ ਦੀ ਰੀਤ ਹੈ। ਹੁਣ ਤੇਲ ਨਹੀਂ ਡੁੱਲਣਾ ਚਾਹੀਦਾ, ਬੜਾ ਔਖਾ ਕੰਮ ਹੈ ਥਾਲ ਸੰਭਾਲ ਕੇ ਤੁਰਨਾ। ਵੀ ਮਾੜਾ ਜਿਹਾ ਵੀ ਟੇਢਾ ਹੋ ਗਿਆ, ਤੇਲ ਡੁੱਲ ਗਿਆ ਅਤੇ ਅਗਲੇ ਨੇ ਧੌਣ ਲਾ ਦੇਣੀ। ਰਾਜਿਆਂ ਦਾ ਹੁਕਮ ਹਰ ਇੱਕ ਕੋਈ ਮੰਨਦਾ ਸੀ ਉਸ ਸਮੇਂ। ਬਾ ਮੁਸ਼ਕਲ ਹੌਲੀ 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 ਉਹ ਗੇੜਾ ਲਾ ਕੇ ਪਸੀਨੋ ਪਸੀਨੀ ਬੁਰੇ ਹਾਲ ਜਦੋਂ ਵਾਪਸ ਆਇਆ, ਅਤੇ ਥਾਲ ਰੱਖ ਕੇ ਸਮਰਾਟ ਨੂੰ ਕਹਿਣ ਲੱਗਾ
ਵੀ ਹੁਣ ਦੱਸੋ ਸਮਰਾਟ ਕਹਿੰਦਾ ਵੀ ਮੈਨੂੰ ਇਹ ਦੱਸ ਤੂੰ ਵੀ ਮੇਰੀ ਰਾਜਧਾਨੀ ਕਿਹੋ ਜਿਹੀ ਲੱਗੀ, ਮੇਰੇ ਮਹਿਲ ਕਿਹੋ ਜਿਹੇ ਲੱਗੇ, ਨਾਚ ਗਾਣੇ ਕੈਸੇ ਸਨ। ਰਾਜਧਾਨੀ ਬੜੀ ਸਜੀ ਹੋਈ ਹੈ ਦੁਲਹਨ ਵਾਂਗ, ਕੈਸੀ ਲੱਗੀ। ਉਹ ਕਹਿੰਦਾ ਮੈਂ ਦੇਖਿਆ ਹੀ ਕੁਝ ਨਹੀਂ। ਸਮਰਾਟ ਕਹਿੰਦਾ ਤੂੰ ਘੁੰਮ ਕੇ ਤੇ ਆਇਆ ਹਾਂ ਸਾਰੇ ਹੀ। ਉਹ ਕਹਿੰਦਾ ਦੇਖਾਂ ਤੇ ਮੈਂ ਤਾਂ ਮੇਰਾ ਤੇ ਖਿਆਲ ਪੂਰਾ ਬਣਿਆ ਰਿਹਾ ਤੇਲ ਦੇ ਵਿੱਚ ਵੀ ਅਗਰ ਤੇਲ ਮਾੜਾ ਜਿਹਾ ਵੀ ਡੁੱਲ ਗਿਆ, ਟੇਢਾ ਹੋ ਗਿਆ ਥਾਲ, ਤੇ ਤੁਸੀਂ ਹਦਾਇਤ ਕੀਤੀ ਹੋਈ ਅਗਲੇ ਨੇ ਧੌਣ ਲਾ ਦੇਣੀ। ਤੇ ਮੇਰਾ ਧਿਆਨ ਤੇ ਥਾਲ ਦੇ ਵਿੱਚ ਸੀ ਪੂਰਾ, ਮੈਂ ਤਾਂ ਕੁਛ ਵੀ ਨਹੀਂ ਦੇਖਿਆ। ਮੇਰਾ ਤਾਂ ਧਿਆਨ ਇਹੋ ਰਿਹਾ ਵੀ ਇੱਥੇ ਸਿਰ ਕਲਮ ਨਾ ਹੋ ਜਾਵੇ, ਤਲਵਾਰ ਵੱਲ ਹੀ ਖਿਆਲ ਰਿਹਾ ਹੋਊਗਾ। ਸਮਰਾਟ ਜਨਕ ਕਹਿੰਦਾ ਹੈ ਵੀ ਸਾਡਾ ਵੀ ਇਵੇਂ ਖਿਆਲ ਹੈ, ਹਰ ਵਕਤ ਮੌਤ ਦੀ ਤਲਵਾਰ ਸਿਰ 'ਤੇ। ਅਸੀਂ ਹਰ ਵਕਤ ਹੀ ਯਾਦ ਰੱਖਦੇ ਹਾਂ ਵੀ ਇਹ ਸਭ ਕੁਛ ਮਰ ਰਿਹਾ ਹੈ, ਮਿਟ ਰਿਹਾ ਹੈ। ਜੋ ਮਰ ਹੀ ਰਿਹਾ ਹੈ, ਮਿਟ ਹੀ ਰਿਹਾ ਹੈ, ਉੱਧਰ ਧਿਆਨ ਨਹੀਂ ਹੈ। ਰਾਗ ਰੰਗ ਚੱਲ ਰਹੇ ਹਨ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਜੇ ਰਾਗ ਰੰਗ ਦੇ ਵਿੱਚ ਰਸ ਲੈਣਗੇ, ਜਿਹੜਾ ਰਸ ਲਊਗਾ ਫਿਰ ਉਹਨੂੰ ਬੇਰਸੀ ਵੀ ਹੋਊਗੀ। ਸੁੱਖ ਦੇ ਵਿੱਚ ਸੁੱਖ ਲਊਗਾ ਅਤੇ ਦੁੱਖ ਦੇ ਵਿੱਚ ਦੁਖੀ ਵੀ ਹੋਊਗਾ। ਇਹੋ ਉਪਦੇਸ਼ ਦਿੱਤਾ ਹੈ ਨਾ ਗੁਰੂ ਨਾਨਕ ਦੇਵ ਜੀ। ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਬਦ ਹੈ ਨਾ, ਜੋ ਨਰ ਸੁਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਹਰਿ ਪੈ ਨਹੀਂ ਜਾਕੇ ਕੰਚਨ ਮਾਟੀ। ਜਿਹੜਾ ਸੁੱਖ ਦੇ ਵਿੱਚ ਸੁਖੀ ਨਹੀਂ ਹੁੰਦਾ ਹੈ ਤੇ ਦੁੱਖ ਦੇ ਵਿੱਚ ਦੁਖੀ ਨਹੀਂ ਹੁੰਦਾ, ਨਿਰਲੇਪ ਹੋ ਗਿਆ। ਤੇ ਨਿਰਲੇਪ ਉਹੋ ਹੀ ਹੋ ਸਕਦਾ ਹੈ ਜਿਹੜਾ ਰਸ ਨਹੀਂ ਲੈਂਦਾ ਸੰਸਾਰ। ਤੇ ਜਿਹੜਾ ਸੰਸਾਰ ਤੋਂ ਨਿਰਲੇਪ ਹੈ, ਸੰਸਾਰ ਦੇ ਵਿੱਚ ਖੜਾ ਹੋਇਆ, ਉਹਨੂੰ ਕਿਵੇਂ ਸਮਝੋਗੇ? ਉਹਨੂੰ ਸਮਝਣਾ ਬਹੁਤ ਔਖਾ। ਹੁਣ ਗੁਰੂ ਨਾਨਕ ਦੇਵ ਜੀ ਵੀ ਕਹਿ ਰਹੇ ਹਨ ਪਰਿਵਾਰ ਦੇ ਵਿੱਚ ਬੈਠ ਕੇ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ। ਉਹਨਾਂ ਨੂੰ ਕਈ ਆਣ ਕੇ ਪੁੱਛਦੇ ਵੀ ਹੋਣਗੇ ਵੀ ਤੁਸੀਂ ਵੀ ਹਾ ਕੂੜ ਦੇ ਨਾਲ ਹੀ ਬੈਠੇ ਹੋਏ ਹੋ। ਤੋ ਕਹਿੰਦੇ ਹਨ ਜਿਹਨੂੰ ਤੁਸੀਂ ਦੇਖ ਰਹੇ ਹੋ ਤਾਂ ਕੂੜ ਹੀ ਹੈ, ਝੂਠ ਹੀ ਹੈ। ਤੁਸੀਂ ਸਰੀਰ ਨੂੰ ਦੇਖ ਰਹੇ ਹੋ, ਸਰੀਰ ਤੇ ਝੂਠ ਹੀ ਹੈ, ਮਰ ਰਿਹਾ ਹੈ। ਪਰ ਅਸੀਂ ਸਰੀਰ ਥੋੜ੍ਹੇ ਹਾਂ। ਸਰੀਰ ਤੇ ਜੰਮਦੇ ਮਰਦੇ ਰਹਿੰਦੇ ਹਨ, ਅਸੀਂ ਜੰਮਦੇ ਮਰਦੇ ਥੋੜ੍ਹੇ। ਸਰੀਰ ਹੈ ਝੂਠ, ਜਿਹੜਾ ਸਰੀਰ ਨੂੰ ਚਲਾਉਣ ਵਾਲਾ ਹੈ ਉਹ ਝੂਠ ਥੋੜ੍ਹੀ। ਜਿਹੜਾ ਸੰਸਾਰ ਨੂੰ ਚਲਾਉਣ ਵਾਲਾ ਉਹ ਝੂਠ ਥੋੜ੍ਹੀ। ਸੰਸਾਰ ਝੂਠ ਹੈ, ਸੰਸਾਰ ਮਿਟ ਰਿਹਾ ਹੈ, ਪਰ ਉਹ ਥੋੜ੍ਹੀ ਮਿਟ ਰਿਹਾ ਹੈ। ਉਹ ਤਾਂ ਸ਼ਾਸ਼ਵਤ ਹੈ, ਉਹਦੇ ਵਿੱਚ ਮਿਟ ਰਿਹਾ ਹੈ, ਉਹਦੇ ਵਿੱਚ ਚੱਲ ਰਿਹਾ ਹੈ। ਅਤੇ ਜਿਹੜਾ ਸੰਸਾਰ ਦੇ ਵਿੱਚ ਖੜਾ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਹਨ, ਉਹਨਾਂ ਨੂੰ ਦੇਖਣ ਵਾਲੇ ਕੀ ਸਮਝਣਗੇ? ਉਹ ਸਮਝਣਗੇ ਵੀ ਭੋਗੀ ਸੰਸਾਰ ਦੇ ਵਿੱਚ ਹੀ ਹਨ, ਵੀ ਉਹਨਾਂ ਨੂੰ ਯੋਗ ਦਾ ਤਾਂ ਕੋਈ ਪਤਾ ਨਹੀਂ। ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਤਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸ। ਐਸਾ ਸੰਨਿਆਸ ਕਰ ਜਿਵੇਂ ਜੰਗਲ ਹੀ ਜੰਗਲ ਹੈ, ਮੈਂ ਇਕੱਲਾ, ਕੋਈ ਨਹੀਂ ਹੈ ਮੇਰਾ।
ਇਸੇ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਜੋ ਛੱਡ ਕੇ ਚਲੇ ਗਏ ਹਨ। ਦੇਖੋ ਕਿੱਡੇ ਕਿੱਡੇ ਵੱਡੇ ਕਿਲ੍ਹੇ ਮਹਿਲ ਬਣਾਏ ਹੋਏ, ਪਰਿਵਾਰ ਸਭ ਕੁਛ ਦੁਬਾਰਾ ਥੋੜ੍ਹੀ ਦੇਖਿਆ ਹੈ ਇੱਧਰ, ਚਾਕਿਆ ਵੀ ਨਹੀਂ ਹੈ, ਆਏ ਵੀ ਨਹੀਂ ਹੈ, ਗਏ ਸੋ ਗਏ। ਕਿਉਂਕਿ ਮੋਹ ਨਹੀਂ ਸੀ ਨਾ, ਬਾਹਰੋਂ ਨਹੀਂ ਸੀ ਨਾ ਜੁੜੇ ਹੋਏ। ਜੇ ਬਾਹਰੋਂ ਜੁੜੇ ਹੁੰਦੇ ਤੇ ਵਾਪਸ ਆਉਂਦੇ। ਤੇ ਗੁਰੂ ਨਾਨਕ ਦੇਵ ਜੀ ਜੋ ਕਹਿ ਰਹੇ ਹਨ ਨਾ, ਉਹ ਹੀ ਮੈਂ ਕਹਿ ਰਿਹਾ ਹਾਂ ਕਿ ਸੰਸਾਰ ਨੂੰ ਛੱਡ ਕੇ ਨਹੀਂ ਜਾਣਾ ਹੈ। ਜਿਵੇਂ ਸਮਰਾਟ ਜਨਕ ਰਿਹਾ ਸੀ ਨਾ ਵਿੱਚੇ ਸੰਸਾਰ ਦੇ, ਸੰਸਾਰ ਤੋਂ ਨਿਰਲੇਪ, ਤਦੇ ਉਹਨਾਂ ਨੂੰ ਕਿਹਾ ਵੀ ਹੈ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਮਾਇਆ ਤੋਂ ਨਿਰਲੇਪ, ਉਦਾਸ। ਇਵੇਂ ਹੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਬਹੁਤ ਔਖਾ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜ਼ਿਆਦਾਤਰ ਲੋਕ ਭੋਗੀ ਹੋ ਜਾਂਦੇ ਹਨ। ਤੇ ਸੰਸਾਰ ਦੇ ਵਿੱਚ ਜਿਹੜਾ ਨੱਠਦਾ ਹੈ ਨਾ, ਉਹ ਵੀ ਜੋਗੀ ਨਹੀਂ ਹੋ ਪਾਉਂਦਾ, ਕਿਉਂਕਿ ਧਿਆਨ ਉਹਦਾ ਵੀ ਸੰਸਾਰ ਦੇ ਵਿੱਚ ਹੀ ਅਟਕਿਆ ਰਹਿੰਦਾ ਹੈ। ਕਿਉਂਕਿ ਜਿੱਥੋਂ ਨੱਠਦਾ ਹੈ, ਨੱਠਦਾ ਹੀ ਕਿਉਂ ਹੈ? ਜੇ ਸੰਸਾਰ ਝੂਠ ਹੈ ਤੇ ਝੂਠ ਨੂੰ ਛੱਡਣ ਦੀ ਵੀ ਕੀ ਲੋੜ ਹੈ? ਇਹ ਵੀ ਤਾਂ ਤੁਸੀਂ ਸੋਚੋ। ਜਿਹੜਾ ਜਾਣ ਲੈਂਦਾ ਹੈ ਸੰਸਾਰ ਝੂਠ ਹੈ, ਜਗ ਰਚਨਾ ਸਭ ਝੂਠ ਹੈ, ਤੇ ਝੂਠ ਨੂੰ ਛੱਡਣ ਦੀ ਥੋੜ੍ਹੀ ਲੋੜ ਪੈਂਦੀ। ਇਹ ਤਾਂ ਜਾਣਨਾ ਹੀ ਕਾਫੀ ਹੈ। ਤੇ ਜਿਹੜਾ ਛੱਡ ਰਿਹਾ ਹੈ ਤਾਂ ਉਹਦਾ ਭਾਵੇਂ ਹੋਏ ਉਹਨੇ ਸੱਚ ਸਮਝ ਲਿਆ ਪਹਿਲਾਂ, ਤਾਂ ਹੀ ਛੱਡ ਰਿਹਾ ਹੈ। ਤੇ ਜੇ ਸੱਚ ਸਮਝ ਲਿਆ ਹੈ ਤਾਂ ਛੁੱਟੂਗਾ ਕਿਉਂ? ਨਹੀਂ, ਜਿਹੜਾ ਸੰਸਾਰ ਦੇ ਵਿੱਚ ਰਹਿੰਦਿਆਂ ਹੋਏ ਜਾਣ ਲੈਂਦਾ ਝੂਠ ਹੈ, ਉਹਨੂੰ ਛੱਡਣ ਦੀ ਲੋੜ ਨਹੀਂ ਪੈਂਦੀ, ਉਹਦਾ ਛੁੱਟ ਜਾਂਦਾ ਹੈ, ਉਹਦਾ ਧਿਆਨ ਛੁੱਟ ਜਾਂਦਾ ਹੈ ਬਾਹਰ, ਉਹ ਨਿਰਲੇਪ ਹੋ ਜਾਂਦਾ। ਫਿਰ ਜਿਹੜਾ ਨਿਰਲੇਪ ਹੋ ਜਾਂਦਾ ਹੈ ਨਾ, ਉਹਨੂੰ ਤੁਸੀਂ ਠੱਗ ਨਹੀਂ ਸਕਦੇ। ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਹੀ। ਕਿਉਂਕਿ ਜੋ ਵੀ ਠੱਗਣ ਯੋਗ ਸੀ, ਚੁਰਾਉਣ ਯੋਗ ਸੀ, ਲੁੱਟਣ ਯੋਗ ਸੀ, ਉਹ ਪਹਿਲਾਂ ਹੀ ਛੱਡ ਦਿੰਦਾ ਹੈ। ਕਹਿੰਦਾ ਲੁੱਟ ਲਓ, ਛੱਡਣਾ ਹੀ ਹੈ। ਜਿਹਦੇ ਜੀ ਨਾ ਛੁੱਟੂਗਾ ਤੇ ਮਰ ਲੱਗਿਆ ਸਭ ਕੁਛ ਛੁੱਟ ਹੀ ਜਾਣਾ, ਤੇ ਪਹਿਲਾਂ ਛੱਡ ਕੇ